ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਆਲ ਇੰਡੀਆ ਸਿੱਖ ਫੈਡਰੇਸ਼ਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਬੈਲ ਆਈਕਨ ਜ਼ਰੂਰ ਦਬਾਓ ਜੀ। ਜਿੱਦਾਂ ਕਿ ਆਪ ਦੇਖ ਰਹੇ ਹੋ, ਬੈਂਕ ਅਕਾਊਂਟ ਨੰਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਲੀਆ ਕਲਾ ਦੇ ਬੈਂਕ ਨੰਬਰ ਆਪ ਜੀ ਦੀ ਸਕਰੀਨ ਦੇ ਉੱਤੇ ਹੈ ਜੀ। ਨਵੇਂ ਦਰਬਾਰ ਹਾਲ ਦੀ ਉਸਾਰੀ ਚੱਲ ਰਹੀ ਹੈ। ਉਸ ਦੇ ਵਿੱਚ ਤਨ ਮਨ ਅਤੇ ਧਨ ਦੀ ਸੇਵਾ ਆਪ ਜੀ ਕਰ ਆਪਣਾ ਯੋਗਦਾਨ ਪਾ ਸਕਦੇ ਹੋ। ਧਨ ਦੀ ਸੇਵਾ ਲਈ ਆਪ ਜੀ ਜੋ ਸਕਰੀਨ 'ਤੇ ਨੰਬਰ ਫਲੈਸ਼ ਹੋ ਰਹੇ ਨੇ ਉਹਦੇ ਉੱਤੇ ਆਪਣੀ ਧਨ ਦੀ ਸੇਵਾ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆइए ਸਰਵਣ ਕਰੀਏ ਕਥਾ ਵਿਚਾਰ ਗਿਆਨੀ ਜਤਿੰਦਰਪਾਲ ਸਿੰਘ ਜੀ ਵੱਲੋਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਘਾਤੀ। ਪਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਮਰੱਥ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ। ਆਪਾਂ ਵੱਡ ਭਾਗੇ ਹਾਂ ਜੋ ਕਿ ਆਪਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੀ ਮਿਹਰਾਮਤ ਸਦਕਾ ਆਪਾਂ ਨੇ ਅੰਮ੍ਰਿਤਮਈ ਗੁਰਬਾਣੀ, ਧੁਰ ਕੀ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ, ਜੋ ਹਰ ਇੱਕ ਗੁਰਸਿੱਖ ਲਈ ਗੁਰਮਤਿ ਅਨੁਸਾਰ ਅਤਿਅੰਤ ਜ਼ਰੂਰੀ ਹੈ। ਕੀਰਤਨ ਕਰਨਾ, ਸੁਣਨਾ, ਗੁਰਬਾਣੀ ਪੜ੍ਹਨੀ, ਸਰਵਣ ਕਰਨੀ ਹਰ ਇੱਕ ਸਿੱਖ ਲਈ ਜ਼ਰੂਰੀ ਹੈ। ਇਹ ਦਾਤ ਸਤਿਗੁਰਾਂ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦੀ ਹੈ।
ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਸਾਨੂੰ ਇਹ ਦਾਤ ਬਖਸ਼ਿਸ਼ ਕੀਤੀ ਹੈ, ਜੋ ਕਿ ਅਸੀਂ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਆਪਣੇ ਜੀਵਨ ਦੀਆਂ ਘੜੀਆਂ ਨੂੰ, ਸਵਾਸਾਂ ਨੂੰ ਸਫਲਾ ਕਰਨ ਦਾ ਯਤਨ ਕਰ ਰਹੇ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਧਿਆਨ ਧਰਦੇ ਹੋਏ ਆਪਣੀਆਂ ਹਾਜ਼ਰੀਆਂ ਗੁਰੂ ਚਰਨਾਂ ਦੇ ਵਿੱਚ ਲਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਜੋ ਹੁਕਮ ਬਖਸ਼ਿਸ਼ ਕੀਤਾ, ਜੋ ਪਾਵਨ ਮੁਖਵਾਕ ਸਤਿਗੁਰਾਂ ਨੇ ਬਖਸ਼ਿਆ ਹੈ, ਉਸ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਸਤਿਗੁਰੂ ਜੀ ਕਿਰਪਾ ਕਰਨ, ਆਪ ਸਮਤ ਬਖਸ਼ਿਸ਼ ਕਰਕੇ ਵਿਚਾਰ ਦੇ ਨਾਲ ਜੋੜਨ ਦੀ ਕਿਰਪਾ ਕਰਨ। ਸਤਿਗੁਰੂ ਜੀ ਪੰਚਮ ਪਾਤਸ਼ਾਹ ਸਾਨੂੰ ਹੁਕਮ ਰਾਹੀਂ ਬਖਸ਼ਿਸ਼ ਕਰਦੇ ਹਨ। ਸੋਰਠ ਮਹੱਲਾ ਪੰਜਵਾ, ਘਰ ਦੂਜਾ, ਅਸ਼ਟਪਦੀਆਂ। ਇਕ ਓੰਕਾਰ ਸਤਿਗੁਰ ਪ੍ਰਸਾਦ। ਇਹ ਪਾਵਨ ਸ਼ਬਦ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਦੁਆਰਾ ਸੋਰਠ ਰਾਗ ਦੇ ਵਿੱਚ ਦੂਜੇ ਘਰ ਵਿੱਚ 8 ਬੰਦਾਂ ਵਾਲੀ ਬਾਣੀ ਹੈ। ਇਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ ਅਤੇ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਦੇ। ਹੇ ਭਾਈ, ਕੋਈ ਮਨੁੱਖ ਵੇਦ ਆਦਿਕ ਧਰਮ ਪੁਸਤਕ ਨੂੰ ਪੜ੍ਹਦਾ ਹੈ ਅਤੇ ਵਿਚਾਰਦਾ ਹੈ, ਤੇ ਕੋਈ ਮਨੁੱਖ ਨਿਵਲੇ ਕਰਮ ਕਰਦਾ ਹੈ। ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚੜ੍ਹਦਾ ਹੈ। ਨਿਵਲੇ ਕਰਮ, ਨਿਵਲ ਤੋਂ ਭਾਵ ਹੈ ਕਿ ਯੋਗੀ ਆਸਣ ਕਰਦੇ ਹਨ, ਨਿਵਲ ਆਸਣ ਕਰਦੇ ਹਨ, ਜੋ ਖਲੋ ਕੇ ਗੋਡਿਆਂ ਦੇ ਉੱਤੇ ਹੱਥ ਰੱਖ ਕੇ ਸਾਹ ਬਾਹਰ ਵੱਲ ਨੂੰ ਖਿੱਚਦੇ ਹਨ। ਆਂਦਰਾਂ ਨੂੰ ਭਾਵਨਾ ਕਰਦੇ ਹਨ। ਇਸ ਦੇ ਨਾਲ ਪੇਟ ਦੀਆਂ ਆਂਦਰਾਂ ਸਾਫ਼ ਰਹਿੰਦੀਆਂ ਹਨ। ਨਿਉਲੀ ਕਰਮ ਸਵੇਰੇ ਖਾਲੀ ਪੇਟ ਕਰੀਦਾ ਹੈ, ਤੇ ਕਈ ਭਯੰਗਮ ਪਿੱਠ ਦੀ ਕੰਗਰੋੜ ਦੇ ਨਾਲ ਨਾਲ ਕੁੰਡਲਨੀ ਨਾੜੀ, ਜਿਸ ਦੀ ਸ਼ਕਲ ਸਰਪਣੀ ਵਰਗੀ ਹੈ, ਇਸ ਦੇ ਰਾਹ ਸਵਾਸ ਚਾੜਦੇ ਹਨ ਤੇ ਸਾਧਨ ਕਰਦੇ ਹਨ। ਸਤਿਗੁਰੂ ਕਹਿੰਦੇ ਹਨ ਕਿ ਹੇ ਜੀਵ, ਇਹ ਜੋ ਤੂੰ ਕਰਮ ਕਰਦਾ ਹੈ, ਇਹ ਕਰਮ ਕੀਤੇ ਤੇਰੇ ਜੇ ਪਰਮੇਸ਼ਰ ਦੇ ਨਾਮ ਨਾਲ ਨਹੀਂ ਜੁੜਿਆ, ਉਸ ਪਰਮੇਸ਼ਰ ਦੇ
ਨਾਮ ਨੂੰ ਆਰਾਧਨਾ ਨਹੀਂ ਕੀਤਾ ਤੇ ਇਹ ਤੇਰੇ ਸਾਰੇ ਕਰਮ ਕੀਤੇ ਵਿਅਰਥ ਹਨ। ਇਹਨਾਂ ਦਾ ਤੈਨੂੰ ਕੋਈ ਵੀ ਲਾਭ ਨਹੀਂ ਪ੍ਰਾਪਤ ਹੋਣਾ। ਇਹ ਜਿਤਨੇ ਤੂੰ ਕਰਮ ਕੀਤੇ ਹਨ, ਇਹਨਾਂ ਕਰਮਾਂ ਦੇ ਕਰਨ ਦੇ ਨਾਲ ਪੰਜ ਜਨਾ ਸਿਓ ਸੰਗ ਨਾ ਛੁਟਕਿਓ। ਅਧਿਕ ਅਹੰ ਬੁੱਧ ਬਾਧੇ। ਪਰ ਇਹਨਾਂ ਸਾਧਨਾ ਦੇ ਨਾਲ ਪੰਜਾਂ ਨਾਲੋਂ ਸਾਥ ਮੁੱਕ ਨਹੀਂ ਸਕਦਾ। ਸਗੋਂ ਇਹਨਾਂ ਨੂੰ ਕਰਨ ਦੇ ਨਾਲ ਹੰਕਾਰ ਜਿਹੜਾ ਹੈ ਉਹ ਵੱਧ ਜਾਂਦਾ ਹੈ। ਮਨੁੱਖ ਜਿਹੜੇ ਹਨ ਉਹ ਹੰਕਾਰ ਦੇ ਵਿੱਚ ਵੱਜ ਜਾਂਦੇ ਹਨ। ਜੀਵ ਜਿਤਨੇ ਵੀ ਕਰਮ ਕਾਂਡ ਕਰਦਾ ਹੈ, ਜੇ ਉਸ ਦਾ ਪਰਮੇਸ਼ਰ ਦੇ ਨਾਲ ਪਿਆਰ ਨਹੀਂ, ਪ੍ਰਭੂ ਨੂੰ ਪ੍ਰੇਮ ਨਹੀਂ ਕੀਤਾ, ਉਸ ਦਾ ਸਿਮਰਨ ਨਹੀਂ ਕੀਤਾ, ਉਸ ਪਰਮਾਤਮਾ ਨੂੰ ਆਰਾਧਿਆ ਨਹੀਂ, ਤੇ ਕਰਮ ਕਾਂਡ ਕਰਨ ਦੇ ਨਾਲ ਜੀਵ ਦੇ ਅੰਦਰ ਦਾ ਹੰਕਾਰ ਵੱਧਦਾ ਹੈ। ਨਾ ਕਿ ਉਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਤੇ ਨਾ ਹੀ ਉਹ ਜੀਵਨ ਤੋਂ ਮੁਕਤ ਹੁੰਦਾ ਹੈ। ਸਤਿਗੁਰੂ ਜੀ ਦੱਸਣਾ ਕਰਦੇ ਹਨ ਕਿ ਹੇ ਜੀਵ, ਜੇ ਤੂੰ ਇਹ ਸਾਧਨਾ ਕਰਨ ਦੇ ਨਾਲ ਨਾਲ ਉਸ ਪਰਮੇਸ਼ਰ ਨੂੰ ਧਿਆਉਣਾ ਕਰਦਾ ਹੈ ਤੇ ਤੇਰਾ ਪੰਜਾਂ ਤੋਂ ਛੁਟਕਾਰਾ ਹੋ ਸਕਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਤਦ ਹੀ ਬਚ ਸਕਦਾ ਹੈ ਜੇ ਹਿਰਦੇ ਦੇ ਵਿੱਚ ਉਸ ਪਰਮੇਸ਼ਰ ਦੇ ਨਾਮ ਨੂੰ ਵਸਾਉਂਦਾ ਹੈ। ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਕਰਮ ਕਾਂਡ ਕਰਨ ਦੇ ਨਾਲ ਤੈਨੂੰ ਕੋਈ ਵੀ ਲਾਭ ਨਹੀਂ ਪ੍ਰਾਪਤ ਹੋਣਾ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਹੇ ਭਾਈ, ਮੇਰੇ ਵੇਖਦਿਆਂ ਲੋਕ ਅਨੇਕਾਂ ਹੀ ਮਿੱਥੇ ਹੋਏ ਧਾਰਮਿਕ ਕਰਮ ਕਰਦੇ ਹਨ, ਪਰ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜਿਆ ਨਹੀਂ ਜਾ ਸਕਦਾ। ਸਤਿਗੁਰੂ ਜੀ ਕਹਿੰਦੇ ਹਨ ਕਿ ਕਰਮ ਕਾਂਡ ਕਰਕੇ ਭਾਵੇਂ ਦੀ ਜੀਵ ਕੋਈ ਧਾਰਮਿਕ ਕਰਮ ਵੀ ਕਰਦਾ ਹੈ, ਜਿਤਨੀ ਦੇਰ ਤੱਕ ਉਹ ਪਰਮੇਸ਼ਰ ਦੇ ਨਾਮ ਨੂੰ ਆਰਾਧਦਾ ਨਹੀਂ, ਗੁਰੂ ਦੀ ਸੰਗਤ ਦੇ ਵਿੱਚ ਆ ਕਰਕੇ ਬੈਠਦਾ ਨਹੀਂ, ਉਸ ਪਰਮਾਤਮਾ ਦੀ ਵਡਿਆਈ ਕਰਦਾ ਤੇ ਸੁਣਦਾ ਨਹੀਂ, ਉਤਨੀ ਦੇਰ ਤੱਕ ਉਸ ਨੂੰ ਪਰਮੇਸ਼ਰ ਦੇ ਚਰਨਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪਰਮੇਸ਼ਰ ਅਕਾਲ ਪੁਰਖ ਦੇ ਚਰਨਾਂ ਦੀ ਪ੍ਰਾਪਤੀ ਤਦ ਹੀ ਹੋ ਸਕਦੀ ਹੈ ਜੇ ਜੀਵ ਉਸ ਪਰਮੇਸ਼ਰ ਨੂੰ ਆਰਾਧਦਾ ਹੈ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਭਾਵੇਂ ਦੀ ਜੀਵ ਕਿਤਨੇ ਵੀ ਕਰਮ ਕਾਂਡ ਕਰ ਲੇਵੇ, ਪਰ ਉਸ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜੁੜਿਆ ਨਹੀਂ ਜਾ ਸਕਦਾ। ਤੇ ਜੁੜਿਆ ਕਿਸ ਤਰੀਕੇ ਨਾਲ ਜਾ ਸਕਦਾ ਹੈ? ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਬਿਬੇਕਾ। ਹੇ ਭਾਈ, ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ ਪ੍ਰਭੂ ਦੇ ਦਰ ਤੇ ਆ ਕੇ ਡਿੱਗਾ ਹਾਂ ਤੇ ਅਰਜ਼ੋਈ ਕਰਦਾ ਰਹਿੰਦਾ ਹਾਂ ਕਿ ਹੇ ਪ੍ਰਭੂ, ਮੈਨੂੰ ਭਲਾਈ ਬੁਰਾਈ ਦੀ ਪਰਖ ਕਰ ਸਕਣ ਵਾਲੀ ਅਕਲ ਦੇ। ਹੇ ਪਰਮਾਤਮਾ, ਮੈਂ ਤੇਰੇ ਦਰ ਤੋਂ ਬਿਨਾ ਮੇਰਾ ਕੋਈ ਵੀ ਨਹੀਂ ਹੈ, ਤੇ ਕਿਰਪਾ ਕਰਕੇ ਮੈਨੂੰ ਸੋਝੀ ਬਖਸ਼ਿਸ਼ ਕਰੋ, ਜਿਸ ਦੇ ਨਾਲ ਮੈਨੂੰ ਚੰਗੇ ਤੇ ਮਾੜੇ ਕਰਮ ਕਰਨ ਦੀ ਪਹਿਚਾਨ ਹੋ ਜਾਵੇ ਤੇ ਮੈਂ ਆਪਣੇ ਜੀਵਨ ਦੇ ਵਿੱਚ ਚੰਗੇ ਕਰਮ ਕਰਾਂ
ਜਿਸ ਦੇ ਨਾਲ ਮੈਨੂੰ ਆਪ ਜੀ ਦੇ ਚਰਨਾਂ ਦੀ ਪ੍ਰਾਪਤੀ ਹੋਵੇ। ਰਹਾਉ ਅੱਗੇ ਰਹਾਉ ਦਾ ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਮੋਨ ਪਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਹੇ ਭਾਈ, ਕੋਈ ਮਨੁੱਖ ਚੁੱਪ ਸਾਧੀ ਬੈਠਾ ਹੈ, ਕੋਈ ਕਰ ਪਾਤੀ ਬਣ ਗਿਆ ਹੈ, ਤੇ ਕੋਈ ਜੰਗਲਾਂ ਦੇ ਵਿੱਚ ਨੰਗਾ ਤੁਰਦਾ ਫਿਰਦਾ ਹੈ। ਕਰ ਪਾਤੀ ਤੋਂ ਭਾਵ ਹੈ ਕਿ ਹੱਥਾਂ ਨੂੰ ਹੀ ਭਾਂਡਾ ਬਣਾ ਰੱਖਣ ਵਾਲਾ। ਕਈ ਜੋਗੀ ਮੌਨ ਧਾਰਨ ਕਰਦੇ ਹਨ, ਭਾਵ ਕਿ ਉਹ ਕਹਿੰਦੇ ਹਨ ਕਿ ਅਸੀਂ ਬੋਲਣਾ ਨਹੀਂ ਹੈ, ਅਸੀਂ ਮੌਨ ਧਾਰਨ ਕੀਤੀ ਹੋਈ ਹੈ। ਤੇ ਕਈ ਘਰ ਪਰਿਵਾਰ ਛੱਡ ਕੇ ਜੰਗਲਾਂ ਵੱਲ ਨੂੰ ਚਲੇ ਜਾਂਦੇ ਹਨ ਕਿ ਅਸੀਂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ। ਮੋਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਕਈ ਜੰਗਲਾਂ ਦੇ ਵਿੱਚ ਪਰਮੇਸ਼ਰ ਦੀ ਭਾਲ ਦੇ ਵਿੱਚ ਲੱਗੇ ਹੋਏ ਹਨ। ਤਟ ਤੀਰਥ ਸਭ ਧਰਤੀ ਭਰਮਿਓ, ਦੁਬਿਧਾ ਛੁਟਕੈ ਨਾਹੀ। ਕੋਈ ਮਨੁੱਖ ਸਾਰੇ ਤੀਰਥਾਂ ਦਾ ਰਟਨ ਕਰ ਰਿਹਾ ਹੈ, ਕੋਈ ਸਾਰੀ ਧਰਤੀ ਦਾ ਭਰਮਣ ਕਰ ਰਿਹਾ ਹੈ, ਪਰ ਇਸ ਤਰ੍ਹਾਂ ਵੀ ਮਨ ਦੀ ਡਾਵਾਂ ਡੋਲ ਹਾਲਤ ਮੁੱਕਦੀ ਨਹੀਂ। ਭਾਵ ਕਿ ਭਾਵੇਂ ਦੀ ਕੋਈ ਕਿਤਨੇ ਵੀ ਕਰਮ ਕਾਂਡ ਕਰ ਲੇਵੇ, ਭਾਵੇਂ ਦੀ ਮੌਨ ਧਾਰਨ ਕਰ ਲੇਵੇ, ਭਾਵੇਂ ਦੀ ਜੰਗਲਾਂ ਦੇ ਵਿੱਚ ਭਰਮਣ ਕਰਨ ਲੱਗ ਪਵੇ, ਭਾਵੇਂ ਦੀ ਸਾਰੇ ਤੀਰਥਾਂ ਤੇ ਵੀ ਜਾ ਆਵੇ, ਤੇ ਭਾਵੇਂ ਦੀ ਉਹ ਸਾਰੀ ਧਰਤੀ ਦਾ ਭਰਮਣ ਕਰ ਲੇਵੇ, ਜਿਤਨੀ ਦੇਰ ਤੱਕ ਉਹ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਨਹੀਂ ਵਸਾਉਂਦਾ, ਉਤਨੀ ਦੇਰ ਤੱਕ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਤਟ ਤੀਰਥ ਸਭ ਧਰਤੀ ਭਰਮਿਓ, ਦੁਬਿਧਾ ਛੁਟਕੇ ਨਾਹੀ। ਮਨ ਦੀ ਜਿਹੜੀ ਦੁਬਿਧਾ ਹੈ, ਮਨ ਦੀ ਜਿਹੜੀ ਡੋਲਤਾ ਹੈ, ਇਹ ਖਤਮ ਨਹੀਂ ਹੋ ਸਕਦੀ ਜਿਤਨੀ ਦੇਰ ਤੱਕ ਉਸ ਪਰਮੇਸ਼ਰ ਨੂੰ ਆਰਾਧਿਆ ਨਹੀਂ ਜਾ ਸਕਦਾ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਾਏ। ਹੇ ਭਾਈ, ਕੋਈ ਮਨੁੱਖ ਆਪਣੀ ਮਨੋ ਕਾਮਨਾ ਅਨੁਸਾਰ ਤੀਰਥਾਂ ਦੇ ਉੱਤੇ ਜਾ ਵਸਿਆ ਹੈ। ਮੁਕਤੀ ਦਾ ਚਾਹਵਾਨ ਆਪਣੇ ਸਿਰ ਉੱਤੇ ਸ਼ਿਵ ਜੀ ਵਾਲਾ ਆਰਾ ਰੱਖਦਾ ਹੈ ਤੇ ਆਪਣੇ ਆਪ ਨੂੰ ਚਿਰਾ ਲੈਂਦਾ ਹੈ। ਪਹਿਲਾਂ ਕੁਝ ਬ੍ਰਾਹਮਣਾਂ ਨੇ ਨਿਯਮ ਰੱਖੇ ਸਨ ਕਿ ਕੁਝ ਇੱਕ ਆਰਾ ਬਣਾ ਕਰਕੇ ਰੱਖਿਆ ਹੋਇਆ ਸੀ, ਤੇ ਭੋਲੇ ਭਾਲੇ ਲੋਕਾਂ ਨੂੰ ਕਹਿੰਦੇ ਸਨ ਕਿ ਜਿਹੜੇ ਜੀਵ ਮਨੁੱਖ ਇਸ ਆਰੇ ਦੇ ਨਾਲ ਆਪਣੇ ਤਨ ਨੂੰ ਚਿਰਾ ਦੇਵਣਗੇ ਉਹ ਮੁਕਤ ਹੋ ਜਾਵਣਗੇ। ਤੇ ਉਹਨਾਂ ਲੋਕਾਂ ਕੋਲੋਂ, ਉਹਨਾਂ ਦੇ ਕੋਲ ਜਿਹੜਾ ਧਨ ਹੁੰਦਾ ਸੀ, ਜੋ ਵੀ ਹੁੰਦਾ ਸੀ, ਉਹ ਬ੍ਰਾਹਮਣ ਪੰਡਿਤ ਜਿਹੜੇ ਸਨ ਉਹ ਲੈ ਲੈਂਦੇ ਸਨ। ਤੇ ਫਿਰ ਇਸ ਨਿਯਮ ਨੂੰ ਅੰਗਰੇਜ਼ਾਂ ਨੇ ਖਤਮ ਕੀਤਾ, ਇਹ ਕਹਿ ਕੇ ਖਤਮ ਕੀਤਾ ਕਿ ਬ੍ਰਾਹਮਣੋ, ਤੁਹਾਡੇ ਵਿੱਚੋਂ ਕਿਸੇ ਨੂੰ ਮੁਕਤੀ ਨਹੀਂ ਚਾਹੀਦੀ, ਤੁਹਾਡੇ ਵਿੱਚੋਂ ਤਾਂ ਕਦੀ ਕੋਈ ਆਰੇ ਦੇ ਨਾਲ ਚੀਰਿਆ ਨਹੀਂ ਗਿਆ। ਤੇ ਇਸ ਤਰ੍ਹਾਂ ਉਹਨਾਂ ਨੇ ਇਸ ਨਿਯਮ ਨੂੰ ਖਤਮ ਕੀਤਾ। ਮਨ ਕੀ ਮੈਲ ਨ ਉਤਰੈ ਇਹ ਬਿਦ, ਜੇ ਲੱਖ ਯਤਨ ਕਰਾਏ। ਪਰ ਜੇ ਕੋਈ ਮਨੁੱਖ ਇਹੋ ਜਿਹੇ ਲੱਖਾਂ ਹੀ ਯਤਨ ਕਰੇ, ਇਸ ਤਰ੍ਹਾਂ ਵੀ ਮਨ ਦੀ ਵਿਕਾਰਾਂ ਦੀ ਮੈਲ ਨਹੀਂ ਲੈਂਦੀ। ਭਾਵ ਕਿ ਭਾਵੇਂ ਦੀ ਕੋਈ ਆਪਣੇ ਸਰੀਰ ਨੂੰ ਕਿਤਨਾ ਵੀ ਪਰੇਸ਼ਾਨੀ ਦੇਵੇ, ਹੱਠ ਕਰੇ,
ਇਸ ਦੇ ਨਾਲ ਜਿਹੜੀ ਹੈ ਮਨ ਦੀ ਮੈਲ ਨਹੀਂ ਉਤਰਦੀ। ਮਨ ਦੀ ਮੈਲ ਕੇਵਲ ਪਰਮਾਤਮਾ ਅਕਾਲ ਪੁਰਖ ਦੇ ਸਿਮਰਨ ਦੇ ਨਾਲ ਹੀ ਉਤਰਦੀ ਹੈ। ਭਾਵੇਂ ਦੇ ਮਨੁੱਖ ਕਨਕ ਕਾਮਨੀ ਹੈ ਵਰ ਗਵਰ, ਬਹੁ ਵਿਦ ਦਾਨ ਦਾਤਾਰਾ। ਹੇ ਭਾਈ, ਕੋਈ ਮਨੁੱਖ ਸੋਨਾ, ਇਸਤਰੀ, ਵਧੀਆ ਘੋੜੇ, ਵਧੀਆ ਹਾਥੀ ਅਤੇ ਇਹੋ ਜਿਹੇ ਕਈ ਕਿਸਮਾਂ ਦੇ ਦਾਨ ਕਰਨ ਵਾਲਾ ਹੈ। ਪਹਿਲਾਂ ਲੋਕ ਸੁਨਿਆਰਿਆਂ ਕੋਲੋਂ ਇਸਤਰੀ ਬਣਵਾ ਕਰਕੇ ਬ੍ਰਾਹਮਣਾਂ ਨੂੰ ਦਾਨ ਕਰਦੇ ਸਨ ਤੇ ਫਿਰ ਉਸ ਨੂੰ ਬ੍ਰਾਹਮਣਾਂ ਦੇ ਮੂੰਹੋਂ ਮੰਗੀ ਕੀਮਤ ਦੇ ਕਰਕੇ ਵਾਪਸ ਲਿਆ ਕਰਦੇ ਸਨ। ਤੇ ਸਤਿਗੁਰਾਂ ਨੇ ਇਨ੍ਹਾਂ ਕਰਮ ਕਾਂਡਾਂ ਦਾ ਵੀ ਖੰਡਨ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਹਨ ਕਿ ਭਾਵੇਂ ਦੀ ਤੂੰ ਕਿਤਨਾ ਵੀ ਦਾਨ ਕਰ ਲੈ, ਭਾਵੇਂ ਦੀ ਸੋਨੇ ਦੀ ਇਸਤਰੀ ਬਣਾ ਕਰਕੇ ਦਾਨ ਕਰ ਦੇ, ਭਾਵੇਂ ਦੀ ਘੋੜੇ, ਹਾਥੀ, ਜੋ ਵੀ ਤੂੰ ਦਾਨ ਕਰ ਦੇ, ਇਸ ਦੇ ਨਾਲ ਤੈਨੂੰ ਕੋਈ ਵੀ ਲਾਭ ਨਹੀਂ ਪ੍ਰਾਪਤ ਹੋਣਾ। ਅੰਨ ਬਸਤਰ ਭੂਮ ਬਹੁ ਅਰਪੈ, ਨਾਹ ਮਿਲਿਆ ਹਰ ਦੁਆਰਾ। ਕੋਈ ਮਨੁੱਖ ਅੰਨ ਦਾਨ ਕਰਦਾ ਹੈ, ਕੱਪੜੇ ਦਾਨ ਕਰਦਾ ਹੈ, ਜ਼ਮੀਨ ਦਾਨ ਕਰਦਾ ਹੈ, ਇਸ ਤਰ੍ਹਾਂ ਵੀ ਪਰਮਾਤਮਾ ਦੇ ਦਰ ਤੇ ਪਹੁੰਚ ਨਹੀਂ ਸਕੀਦਾ। ਪੂਜਾ ਅਰਚਾ ਬੰਧਨ ਡੰਡੌਤ, ਖਟ ਕਰਮਾ ਰਤ ਰਹਤਾ। ਹੇ ਭਾਈ, ਕੋਈ ਮਨੁੱਖ ਦੇਵ ਪੂਜਾ ਵਿੱਚ, ਦੇਵਤਿਆਂ ਨੂੰ ਨਮਸਕਾਰ ਡੰਡੌਤ ਕਰਨ ਵਿੱਚ, 6 ਕਰਮਾਂ ਦੇ ਕਰਨ ਵਿੱਚ ਮਸਤ ਰਹਿੰਦਾ ਹੈ। ਹਉ ਹਉ ਕਰਤ ਬੰਧਨ ਮਹਿ ਪਰਿਆ, ਨਾਹ ਮਿਲੀਏ ਇਹ ਜੁਗਤਾ। ਪਰ ਉਹ ਵੀ ਇਨ੍ਹਾਂ ਮਿੱਥੇ ਹੋਏ ਧਾਰਮਿਕ ਕਰਮਾਂ ਦੇ ਕਾਰਨ ਆਪਣੇ ਆਪ ਨੂੰ ਧਰਮੀ ਜਾਣ ਕੇ ਹੰਕਾਰ ਦੇ ਨਾਲ ਕਰਦਾ ਹੈ ਤੇ ਮਾਇਆ ਦੇ ਮੋਹ ਦੇ ਬੰਧਨਾਂ ਦੇ ਵਿੱਚ ਜਕੜਿਆ ਰਹਿੰਦਾ ਹੈ। ਇਸ ਤਰੀਕੇ ਵੀ ਪਰਮਾਤਮਾ ਨੂੰ ਨਹੀਂ ਮਿਲਿਆ ਜਾ ਸਕਦਾ। ਜੋਗ ਸਿੱਧ ਆਸਣ 84, ਏ ਵੀ ਕਰ ਕਰ ਰਹਿਆ। ਜੋਗ ਮਤ ਵਿੱਚ ਸਾਧਾਂ ਦੇ ਪ੍ਰਸਿੱਧ 84 ਆਸਣ ਹਨ। ਇਸ ਆਸਣ ਕਰਕੇ ਵੀ ਮਨੁੱਖ ਥੱਕ ਜਾਂਦਾ ਹੈ। ਵੱਡੀ ਆਰਜਾ ਫਿਰ ਫਿਰ ਜਨਮੈ, ਹਰਿ ਸਿਉ ਸੰਗ ਨਾ ਰਹਿਆ। ਜੋਗ ਆਸਣਾ ਕਰਨ ਦੇ ਕਾਰਨ ਕਰਕੇ ਉਮਰ ਤਾਂ ਜੀਵ ਲੰਬੀ ਕਰ ਲੈਂਦਾ ਹੈ, ਪਰ ਇਸ ਤਰ੍ਹਾਂ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਬਣਦਾ। ਮੁੜ ਮੁੜ ਜਨਮਾਂ ਦੇ ਗੇੜ ਦੇ ਵਿੱਚ ਪਿਆ ਰਹਿੰਦਾ ਹੈ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ। ਹੇ ਭਾਈ, ਕਈ ਐਸੇ ਹਨ ਜੋ ਰਾਜ ਹਕੂਮਤ ਦੇ ਰੰਗ ਤਮਾਸ਼ੇ ਮਾਣਦੇ ਹਨ, ਰਾਜਿਆਂ ਵਾਲੇ ਠਾਠ ਬਾਠ ਬਣਾਉਂਦੇ ਹਨ, ਲੋਕਾਂ ਦੇ ਉੱਤੇ ਹੁਕਮ ਚਲਾਉਂਦੇ ਹਨ, ਕੋਈ ਉਹਨਾਂ ਦਾ ਹੁਕਮ ਮੋੜ ਨਹੀਂ ਸਕਦਾ। ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ। ਸੁੰਦਰ ਇਸਤਰੀ ਦੀ ਸੇਜ ਮਾਣਦੇ ਹਨ, ਆਪਣੇ ਸਰੀਰ ਉੱਤੇ ਚੰਦਨ ਦੇ ਅਤਰ ਵਰਤ ਜਿਤਨੀਆਂ ਮਰਜ਼ੀ ਹਨ। ਸੰਸਾਰ ਦੇ ਸੁੱਖਾਂ ਦੇ ਨਾਲ ਜੀਵ ਨੂੰ ਨਰਕਾਂ ਦੇ ਵੱਲ ਹੀ ਜਾਣਾ ਪੈਂਦਾ ਹੈ। ਇਸ ਦੇ ਨਾਲ ਪਰਮਾਤਮਾ ਦੇ ਪ੍ਰਾਪਤੀ ਨਹੀਂ ਹੁੰਦੀ। ਇਹ ਸਭ ਕਰਮ ਕਾਂਡ ਹਨ, ਇਹ ਇੱਥੇ ਹੀ ਰਹਿ ਜਾਂਦੇ ਹਨ। ਇਸ ਸੰਸਾਰ ਦੇ ਸੁੱਖ ਮਾਨਣ ਨਾਲ
ਕਸ਼ਟ ਹੀ ਪ੍ਰਾਪਤ ਹੁੰਦਾ ਹੈ, ਦੁੱਖ ਹੀ ਪ੍ਰਾਪਤ ਹੁੰਦਾ ਹੈ। ਜਿਵੇਂ ਕਿਸੇ ਬਾਦਸ਼ਾਹ ਦੀ ਗੋਲੀ ਇੱਕ ਵਾਰ ਰਾਜੇ ਦੇ ਕਮਰੇ ਦੀ ਸਫਾਈ ਕਰ ਰਹੀ ਸੀ। ਉਹ ਬਾਦਸ਼ਾਹ ਫੁੱਲਾਂ ਦੀ ਸੇਜ ਵਿਛਾ ਕੇ ਸੋਇਆ ਕਰਦਾ ਸੀ ਤੇ ਉਸਨੇ ਗੋਲੀ ਨੇ ਵੇਖਿਆ ਕਿ ਰਾਜਾ ਤੇ ਇਸ ਸੇਜਾ ਦੇ ਉੱਤੇ ਰੋਜ਼ ਸੌਂਦਾ ਹੈ ਤੇ ਅੱਜ ਮੈਂ ਇਸ ਦੇ ਉੱਤੇ ਪੈ ਕਰਕੇ ਵੇਖਾਂ ਕਿ ਇਸ ਦਾ ਕੀ ਆਨੰਦ ਹੈ ਤੇ ਨਾਲੇ ਮੈਨੂੰ ਕੋਈ ਵੇਖ ਵੀ ਨਹੀਂ ਰਿਹਾ, ਮੈਂ ਇਕੱਲੀ ਹਾਂ। ਉਸ ਨੇ ਉਸ ਫੁੱਲਾਂ ਵਾਲੀ ਸੇਜ ਦੇ ਉੱਤੇ ਪੈ ਗਈ ਤੇ ਉਸ ਫੁੱਲਾਂ ਦੀ ਸੁਗੰਧੀ ਦੇ ਨਾਲ ਉਸ ਆਰਾਮਦਾਇਕ ਗੱਦੇ ਦੇ ਉੱਤੇ ਉਸ ਨੂੰ ਨੀਂਦ ਆ ਗਈ ਤੇ ਉਧਰੋਂ ਰਾਜਾ ਆ ਜਾਂਦਾ ਹੈ ਤੇ ਆ ਕੇ ਵੇਖਦਾ ਹੈ ਤੇ ਬੜਾ ਕ੍ਰੋਧਿਤ ਹੁੰਦਾ ਹੈ। ਕ੍ਰੋਧ ਦੇ ਵਿੱਚ ਆਇਆ ਹੋਇਆ ਰਾਜਾ ਉਸ ਗੋਲੀ ਨੂੰ ਸੋਟੀਆਂ ਦੀ ਮਾਰ ਪਵਾਉਂਦਾ ਹੈ ਤੇ ਜਦੋਂ ਉਸ ਨੂੰ ਸੋਟੀਆਂ ਦੀ ਮਾਰ ਪੈਂਦੀ ਹੈ ਤੇ ਉਹ ਗੋਲੀ ਪਹਿਲਾਂ ਰੋਂਦੀ ਹੈ ਤੇ ਫਿਰ ਹੱਸਣ ਲੱਗ ਪੈਂਦੀ ਹੈ ਤੇ ਰਾਜਾ ਹੈਰਾਨ ਹੋ ਕਰਕੇ ਉਸ ਨੂੰ ਪੁੱਛਦਾ ਹੈ ਕਿ ਤੂੰ ਪਹਿਲਾਂ ਰੋ ਰਹੀ ਸੀ ਤੇ ਫਿਰ ਤੂੰ ਹੱਸਣ ਲੱਗ ਪਈ ਹੈ, ਇਸ ਦਾ ਕੀ ਕਾਰਨ ਹੈ? ਤਾਂ ਗੋਲੀ ਨੇ ਕਿਹਾ, ਮਹਾਰਾਜ ਮੈਂ ਰੋਂਦੀ ਤਾਂ ਇਸ ਕਰਕੇ ਹਾਂ ਕਿ ਮੇਰੇ ਸੋਟੀਆਂ ਪੈ ਰਹੀਆਂ ਹਨ। ਮੈਂ ਪੀੜ ਦੇ ਨਾਲ ਰੋਂਦੀ ਹਾਂ ਤੇ ਹੱਸੀ ਇਸ ਕਰਕੇ ਹਾਂ ਕਿ ਮੈਂ ਕੁਝ ਪਲ ਵਾਸਤੇ ਇਸ ਫੁੱਲਾਂ ਦੀ ਮਖਮਲੀ ਸੇਜਾ ਦੇ ਉੱਤੇ ਸੁੱਤੀ ਤੇ ਮੈਨੂੰ ਇਤਨੀ ਸਜ਼ਾ ਪ੍ਰਾਪਤ ਹੋਈ। ਤੇ ਮਹਾਰਾਜ ਤੁਸੀਂ ਤਾਂ ਰੋਜ਼ ਹੀ ਘੰਟਿਆਂ ਬੱਧੀ ਇਸ ਸੇਜਾ ਤੇ ਆਰਾਮ ਕਰਦੇ ਹੋ ਤੇ ਤੁਹਾਡਾ ਕੀ ਹਾਲ ਹੋਵੇਗਾ। ਭਾਵ ਕਿ ਉਸ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਅਸੀਂ ਕਿਤਨੇ ਵੀ ਸੁੱਖ ਮਾਣ ਲਈਏ ਉਹ ਵਿਅਰਥ ਹਨ। ਜਿਹੜਾ ਅਸਲੀ ਸੁੱਖ ਹੈ ਉਹ ਪਰਮੇਸ਼ਰ ਦੇ ਨਾਮ ਤੋਂ ਪ੍ਰਾਪਤ ਹੋਣਾ ਹੈ। ਸਾਨੂੰ ਜਮਾਂ ਦੀ ਮਾਰ ਤੋਂ ਸੰਸਾਰਿਕ ਸੁੱਖਾਂ ਨੇ ਨਹੀਂ ਬਚਾਉਣਾ। ਇਹ ਸੁੱਖ ਜਿਹੜੇ ਹਨ ਇਹ ਸਾਡੇ ਨਾਲ ਨਹੀਂ ਜਾਣੇ, ਇਹ ਇੱਥੇ ਹੀ ਰਹਿ ਜਾਣੇ ਹਨ। ਜਮਾਂ ਦੀ ਮਾਰ ਦੇ ਕੋਲੋਂ ਸਾਨੂੰ ਉਸ ਪਰਮੇਸ਼ਰ ਦੇ ਨਾਮ ਨੇ ਬਚਾਉਣਾ ਹੈ ਜਿਸ ਪਰਮੇਸ਼ਰ ਨੇ ਸਾਨੂੰ ਇਹ ਮਨੁੱਖਾ ਦੇਹੀ ਬਖਸ਼ਿਸ਼ ਕੀਤੀ ਹੈ। ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਇਹ ਜਿਤਨੇ ਵੀ ਸੁੱਖ ਹਨ ਇਹ ਸਭ ਨਰਕਾਂ ਦੀ ਪਾਸੇ ਨੂੰ ਲਿਜਾਣ ਵਾਲੇ ਹਨ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੇ ਕਰਮਾ। ਹੇ ਭਾਈ ਸਾਧ ਸੰਗਤ ਦੇ ਵਿੱਚ ਬੈਠ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਇਹ ਕੰਮ ਹੋਰ ਸਾਰੇ ਕਰਮਾਂ ਨਾਲੋਂ ਸ੍ਰੇਸ਼ਟ ਹੈ। ਕਹੋ ਨਾਨਕ ਤਿਸ ਪਇਓ ਪ੍ਰਾਪਤ ਜਿਸ ਪੁਰਬ ਲਿਖੇ ਕਾਲਹਨਾ। ਪਰ ਨਾਨਕ ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਹਨ ਕਿ ਇਹ ਅਵਸਰ ਉਸ ਮਨੁੱਖ ਨੂੰ ਮਿਲਦਾ ਹੈ ਜਿਸ ਦੇ ਮੱਥੇ ਉੱਤੇ ਪੂਰਬਲੇ ਕੀਤੇ ਕਰਮਾਂ ਦਾ ਸੰਸਕਾਰਾਂ ਅਨੁਸਾਰ ਲੇਖ ਲਿਖਿਆ ਹੁੰਦਾ ਹੈ। ਤੇਰੇ ਸੇਵਕ ਕੋ ਤੇਰੇ ਸੇਵਕ ਤੇਰੋ ਸੇਵਕ ਇਹੋ ਰੰਗ ਮਾਤਾ। हे ਭਾਈ ਤੇਰਾ ਸੇਵਕ ਤੇਰੀ ਸਿਫਤ ਸਲਾਹ ਦੇ ਰੰਗ ਵਿੱਚ ਮਸਤ ਰਹਿੰਦਾ ਹੈ। ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ। ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉੱਤੇ ਦਇਆਵਾਨ ਹੁੰਦਾ ਹੈ ਉਸ ਦਾ ਮਨ ਪਰਮਾਤਮਾ ਦੀ ਸਿਫਤ ਦੇ ਵਿੱਚ ਸਲਾਹ ਦੇ ਵਿੱਚ ਰੰਗਿਆ ਜਾਂਦਾ ਹੈ। ਇਸ ਪਰਮਾਤਮਾ ਅਕਾਲ ਪੁਰਖ ਦੇ ਨਾਮ ਦੀ ਪ੍ਰਾਪਤੀ ਉਸੇ ਨੂੰ ਹੁੰਦੀ ਹੈ ਜਿਸ ਦੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਾਵੇ। ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਨੇ ਸਾਨੂੰ ਇਹ ਸੋਝੀ ਬਖਸ਼ਿਸ਼ ਕੀਤੀ ਹੈ ਕਿ हे ਜੀਵ ਤੂੰ ਕਿਤਨੇ ਵੀ ਕਰਮ ਕਾਂਡ ਕਰ ਲੈ, ਧਾਰਮਿਕ ਕਰਮ ਵੀ ਭਾਵੇਂ ਕਰ ਲੈ, ਜਿਤਨੀ ਦੇਰ ਤੱਕ
ਤੂੰ ਉਸ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜਦਾ ਨਹੀਂ। ਇਹ ਤੇਰੇ ਕੀਤੇ ਹੋਏ ਜਿਤਨੇ ਵੀ ਸਾਧਨ ਹਨ, ਇਹ ਬਿਨਾਂ ਨਾਮ ਤੋਂ ਸਾਧਨਾ ਇੰਜ ਹਨ ਜਿਵੇਂ ਕੋਈ ਇੱਕ ਨਾ ਲਿਖੇ ਤੇ ਜ਼ੀਰੋਆਂ ਜ਼ੀਰੋਆਂ ਸਿਫਰ ਸਿਫਰ ਪਾਈ ਜਾਵੇ, ਉਸ ਤੋਂ ਪਹਿਲਾਂ ਏਕਾ ਨਾ ਪਾਵੇ ਤੇ ਉਹਨਾਂ ਜ਼ੀਰੋਆਂ ਦੀ ਜਿਹੜੀ ਕੀਮਤ ਹੈ ਉਹ ਕੁਝ ਵੀ ਨਹੀਂ। ਤੇ ਜੇ ਉਹ ਜ਼ੀਰੋਆਂ ਤੋਂ ਪਹਿਲਾਂ ਏਕਾ ਪਾ ਦਿੰਦਾ ਹੈ ਤੇ ਉਹਨਾਂ ਜ਼ੀਰੋਆਂ ਦੀ ਕੀਮਤ ਜਿਹੜੀ ਹੈ ਉਹ ਵੱਧ ਜਾਂਦੀ ਹੈ। ਇਸੇ ਤਰ੍ਹਾਂ ਹੀ ਜੇਕਰ ਨਾਮ ਜਪਿਆ ਜਾਵੇ ਤਾਂ ਧਾਰਮਿਕ ਕੀਤੇ ਹੋਏ ਕਰਮ ਵੀ ਸਾਡੇ ਸਫਲ ਹਨ। ਤੇ ਜੇ ਅਸੀਂ ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ, ਤੇ ਇਹ ਜਿਹੜੇ ਕਰਮ ਕਾਂਡ ਹਨ ਇਹ ਸਭ ਵਿਅਰਥ ਹਨ। ਜਿਵੇਂ ਕੋਈ ਮਨੁੱਖ ਰੁੱਖ ਦੇ ਟਾਹਣਿਆਂ ਨੂੰ ਪਾਣੀ ਪਾਈ ਜਾਵੇ, ਜਿਤਨੀ ਦੇਰ ਤੱਕ ਉਸ ਰੁੱਖ ਦੀ ਜੜ ਨੂੰ ਪਾਣੀ ਨਹੀਂ ਪਾਇਆ ਜਾਂਦਾ, ਉਤਨੀ ਦੇਰ ਤੱਕ ਉਸ ਦਾ ਕੋਈ ਲਾਭ ਨਹੀਂ ਹੈ। ਟਾਹਣੀਆਂ ਨੂੰ ਭਾਵੇਂ ਦੀ ਜਿਤਨਾ ਮਰਜ਼ੀ ਪਾਣੀ ਨਾਲ ਭਿਓਇਆ ਜਾਵੇ, ਪਾਣੀ ਟਾਹਣੀਆਂ ਦੇ ਉੱਤੇ ਪਾਇਆ ਜਾਵੇ, ਉਸ ਦਾ ਲਾਭ ਨਹੀਂ ਪ੍ਰਾਪਤ ਹੁੰਦਾ। ਇਸੇ ਤਰ੍ਹਾਂ ਹੀ ਜੀਵ ਕਿਤਨੇ ਵੀ ਦਾਨ ਪੁੰਨ ਧਾਰਮਿਕ ਕਰਮ ਕਰੀ ਜਾਵੇ, ਉਹਨਾਂ ਕਰਮਾਂ ਦਾ ਉਤਨਾ ਲਾਭ ਨਹੀਂ ਹੁੰਦਾ ਜਿਤਨਾ ਪਰਮੇਸ਼ਰ ਦੇ ਨਾਮ ਨੂੰ ਜਪਣ ਦੇ ਨਾਲ ਲਾਭ ਪ੍ਰਾਪਤ ਹੁੰਦਾ ਹੈ। ਤੇ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਨਾਮ ਜਪਣ ਦੀ ਦਾਤ ਬਖਸ਼ਿਸ਼ ਕਰਨ। ਅਸੀਂ ਉਸ ਪਰਮੇਸ਼ਰ ਦੇ ਹਜ਼ੂਰ ਅਰਦਾਸ ਕਰੀਏ, ਹੇ ਪਰਮਾਤਮਾ ਅਕਾਲ ਪੁਰਖ, ਕਿਰਪਾ ਕਰਕੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ। ਕਿਰਪਾ ਕਰਨ ਸਤਿਗੁਰੂ ਜੀ, ਇਹ ਪਾਵਨ ਸ਼ਬਦ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਵੇ ਤੇ ਅਸੀਂ ਉਸ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਸਕੀਏ। ਗੁਰਬਾਣੀ ਦੇ ਵਿਚਾਰ ਕਰਦੇ ਆਂ, ਹੋਈਆਂ ਭੁੱਲਾਂ ਦੀ ਮਾਫੀ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਅਸੀਸ ਦੇਣੀ ਸਤਿਗੁਰੂ ਜੀ ਕਿਰਪਾ ਕਰਨ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਚੈਨਲ ਵਿੱਚ ਜੁੜੇ ਰਹਿਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਔਰ ਬੈਲ ਆਈਕਨ ਜ਼ਰੂਰ ਦਬਾਓ, ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਮਿਲੇ ਜੀ। ਅੱਗੇ ਵੀ ਗੁਰਮਤਿ ਵਿਚਾਰ ਸਾਂਝੇ ਹੁੰਦੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।